ਤਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੀ ਹੀ ਸਰਕਾਰ ਦੇ ਵਿੱਚ ਸਵਾਲ ਚੁੱਕਦੇ ਰਹਿੰਦੇ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਈ ਵਾਰ ਮਤਭੇਦ ਸਾਹਮਣੇ ਆਏ, ਪਰ ਉਸ ਤੋਂ ਬਾਅਦ ਕਦੇ ਲੰਚ ਕਦੇ ਡਿਨਰ ਕੀਤਾ ਜਾਂਦਾ ਹੈ ਔਰ ਦਾਅਵਾ ਕੀਤਾ ਜਾਂਦਾ ਹੈ ਕਿ ਸਭ ਠੀਕ ਠਾਕ ਹੈ, ਪਰ ਸਭ ਠੀਕ ਠਾਕ ਨਜ਼ਰ ਨਹੀਂ ਆਉਂਦਾ। ਨਵਜੋਤ ਸਿੰਘ ਸਿੱਧੂ ਹੁਣ ਬੇਅਦਬੀ ਮਾਮਲਿਆਂ ਨੂੰ ਲੈ ਕੇ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਬੁਰਜ ਜਵਾਰ ਸਿੰਘ ਵਾਲਾ ਪਹੁੰਚੇ ਸੀ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਔਰ ਹੁਣ ਇੱਕ ਟਵੀਟ ਕੀਤਾ ਹੈ। ਟਵੀਟ ਕਰਕੇ ਸਿੱਧੇ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਲਾਇਆ, ਜਿਹੜੇ ਹੋਮ ਮਿਨਿਸਟਰ ਵੀ ਨੇ ਪੰਜਾਬ ਦੇ। ਉਹਨੇ ਕਿਹਾ ਕਿ ਕੀ ਹੋਮ ਮਿਨਿਸਟਰ ਦੀ ਪ੍ਰਾਇੋਰਟੀ ਨਹੀਂ ਹੈ ਬੇਅਦਬੀ ਮਾਮਲੇ। ਇਸ ਤੋਂ ਇਲਾਵਾ ਅਤੁਲ ਨੰਦਾ ਏਜੀ ਨੂੰ ਲੈ ਕੇ ਜਾਂ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਸਾਰੇ ਇੱਕ ਦੂਜੇ ਤੇ ਇਸ ਪੂਰੀ ਜ਼ਿੰਮੇਵਾਰੀ ਨੂੰ ਘੁਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅਗਰ ਐਡਵੋਕੇਟ ਜਨਰਲ ਕਿਸੇ ਵੀ ਮਾਮਲੇ 'ਚ ਨਾਕਾਮ ਨੇ ਤਾਂ ਉਹ ਸਿੱਧੇ ਤੌਰ ਤੇ ਜਵਾਬ ਦੇ ਹੋਮ ਮਿਨਿਸਟਰ ਨੂੰ ਨੇ। ਤਾਂ ਆਖਿਰ ਕਮੀ ਕਿੱਥੇ ਆ? ਸਾਡੇ ਨਾਲ ਡਾਕਟਰ ਰਾਜਕੁਮਾਰ ਵੇਰਕਾ ਨੇ। ਵੇਰਕਾ ਹੋਰਾਂ ਨੇ ਇੱਕ ਚਿੱਠੀ ਵੀ ਲਿਖ ਦਿੱਤੀ ਹਾਈਕਮਾਨ ਨੂੰ। ਵੇਰਕਾ ਸਾਹਿਬ, ਨਵਜੋਤ ਸਿੰਘ ਸਿੱਧੂ ਦੇ ਬਿਆਨ ਲਗਾਤਾਰ ਸਾਹਮਣੇ ਆ ਰਹੇ ਨੇ, ਤੁਸੀਂ ਖੁਦ ਹੀ ਬੜੇ ਦਾਅਵੇ ਕਰਦੇ ਰਹੇ ਹੋ ਕਿ ਸਾਡੇ ਭਰਾ ਨੇ, ਸਭ ਅੱਛਾ ਹੈ, ਪਰ ਹੁਣ ਅੱਜ ਵਾਲਾ ਟਵੀਟ ਦੇਖ ਲਓ ਤੇ ਤੁਹਾਨੂੰ ਚਿੱਠੀ ਲਿਖਣੀ ਪੈ ਗਈ ਹਾਈਕਮਾਨ ਨੂੰ। ਕੀ ਲਿਖਿਆ ਹਾਈਕਮਾਨ ਨੂੰ? ਦੇਖੋ, ਮੈਂ ਇਹ ਮਹਿਸੂਸ ਕਰਦਾ ਹੈ ਕਿ ਕਾਂਗਰਸ ਪਾਰਟੀ ਨੂੰ, ਸਾਰੇ ਵਰਕਰ, ਸਾਰੇ ਲੀਡਰਸ ਨੂੰ ਯੂਨਾਈਟ ਹੋ ਕੇ ਜਿਹੜੀਆਂ ਦੋ ਸਾਡੇ ਸਾਹਮਣੇ ਚੈਲੰਜ ਹੈ, ਸਮੱਸਿਆਵਾਂ ਹੈ, ਕਿਸਾਨਾਂ ਦੀ ਸਮੱਸਿਆ ਹੈ, ਮੌਸਮ ਦੀ ਖਰਾਬੀ ਕਰਕੇ ਫਸਲਾਂ ਮੰਡੀਆਂ 'ਚ ਰੋਲ ਰਹੀਆਂ, ਉਹਦਾ ਧਿਆਨ ਕਰਨ ਦੀ ਜ਼ਰੂਰਤ ਹੈ। ਦੂਸਰੇ ਪਾਸੇ ਕਰੋਨਾ ਮਹਾਮਾਰੀ ਦੇ ਨਾਲ ਅਸੀਂ ਨਿਪਟ ਰਹੇ ਹਾਂ, ਉਹਦਾ ਧਿਆਨ ਕਰਨ ਦੀ ਜ਼ਰੂਰਤ ਹੈ। ਔਰ ਜਿੱਥੋਂ ਤੱਕ ਸਵਾਲ ਇਸ ਗੱਲ ਦਾ ਹੈ ਕਿ ਕਿਸੇ ਇਸ਼ੂ ਦੇ ਉੱਪਰ ਸਵਾਲ ਖੜੇ ਕਰ ਰਹੇ, ਮੈਂ ਇਹ ਮਹਿਸੂਸ ਕਰਦਾ ਕਿ ਕਿਸੇ ਨੂੰ ਵੀ ਅਗਰ ਕੋਈ ਕਿਸੇ ਗੱਲ ਦੀ ਗਲਤਫਹਿਮੀ ਹੈ ਜਾਂ ਉਹ ਕਿਸੇ ਗੱਲ ਦੀ ਇਨਕੁਆਇਰੀ ਚਾਹੁੰਦਾ ਹੈ ਜਾਂ ਉਹ ਇਸ ਗੱਲ ਦਾ ਜਵਾਬ ਚਾਹੁੰਦਾ ਹੈ ਤਾਂ ਉਹਨਾਂ ਨੂੰ ਕਾਂਗਰਸ ਹਾਈਕਮਾਨ ਨਾਲ ਗੱਲ ਕਰਨੀ ਚਾਹੀਦੀ ਹੈ, ਆਪਣੇ ਮੁੱਖ ਮੰਤਰੀ ਜੀ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਬੈਠ ਕੇ ਇਸ ਮਸਲੇ ਦੇ ਹੱਲ ਨੂੰ ਕਰਨਾ ਚਾਹੀਦਾ ਹੈ, ਬਜਾਏ ਇਸ ਗੱਲ ਦੇ ਕਿ ਇਹਦੇ ਨਾਲ ਜਿਹੜਾ ਸਾਡੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਹੈ ਸ਼ਾਇਦ ਕਾਂਗਰਸ ਪਾਰਟੀ ਦਾ ਧਿਆਨ ਨਾ ਵੰਡਿਆ ਜਾਏ। ਇਸ ਕਰਕੇ ਮੈਂ ਅਪੀਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਜੀ ਨੂੰ, ਮੈਂ ਅਪੀਲ ਕੀਤੀ ਹੈ ਕਾਂਗਰਸ ਦੀ ਸਾਰੀ ਲੀਡਰਸ਼ਿਪ ਨੂੰ ਕਿ ਅਸੀਂ ਸਾਡੇ ਮੌਜੂਦਾ ਹਾਲਾਤ ਸਾਹਮਣੇ ਹੈ, ਉਹ ਚੈਲੰਜ ਸਾਡੇ ਸਾਹਮਣੇ ਹੈ। ਔਰ ਦੂਸਰੀ ਗੱਲ ਮੈਂ ਇੱਕ ਗੱਲ ਕਹਾਂਗਾ ਕਿ ਬਹੁਤ ਸਾਰੇ ਲੋਕ ਸੋਚਦੇ ਹੈ ਕਿ ਕਾਂਗਰਸ ਪਾਰਟੀ ਕੋਈ ਕਮਜ਼ੋਰ ਹੋ ਗਈ। ਕਾਂਗਰਸ ਪਾਰਟੀ ਕਮਜ਼ੋਰ ਨਹੀਂ ਹੈ। मैं उन साथियों को एक गल होर भी कहना चाहना है कि कोई नहीं है कांग्रेस की टक्कर में, पड़ना मत किसी पार्टी के चक्कर में। कांग्रेस पार्टी ये 2022 का टीचा पूरा करेगी। ये टीचा पूरा तद ही होएगा असी सारे ही ये हम सफर हाँ और एक सफर दे राही हाँ और लोगों दी समस्यावां, लोगों दी मुश्किलां, लोगों के जज्बात ਉਹ ਜਿਹੜੇ ਆ ਅਸੀਂ ਉਹਨਾਂ ਨੂੰ ਸਮਝੀਏ, ਉਹਨਾਂ ਦੇ ਖਰੇ ਉਤਰੀਏ, ਉਹਨਾਂ ਕੰਮਾਂ ਨੂੰ ਪੂਰਿਆਂ ਕਰੀਏ ਔਰ 2022 ਦੇ ਟੀਚੇ ਨੂੰ ਅਚੀਵ ਕਰੀਏ। ਵੇਰਕਾ ਸਾਹਿਬ, ਟੀਚਾ ਤੁਹਾਡਾ ਬੇਸ਼ੱਕ ਕਾਂਗਰਸ ਪਾਰਟੀ ਦਾ ਹੋਏਗਾ, ਸ਼ੇਅਰ ਵੀ ਸੋਹਣਾ ਸੁਣਾਉਂਦੇ ਹੋ ਤੁਸੀਂ, ਤੰਜ ਵੀ ਚੰਗੇ ਕਰਦੇ ਹੋ, ਪਰ ਲੋਕ ਜਵਾਬ ਮੰਗਦੇ ਨੇ। ਬੇਅਦਬੀ ਮਸਲੇ ਨੂੰ ਲਾ ਕੇ ਤੁਹਾਡੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅਗਰ ਸਵਾਲ ਚੁੱਕਿਆ, ਇੱਕ ਵਾਰੀ ਨਹੀਂ ਕਈ ਵਾਰ ਚੁੱਕਿਆ, ਦੇਖੋ ਕਿਤੇ ਨਾ ਕਿਤੇ ਕਮੀ ਤਾਂ ਕੋਈ ਰਹੀ। ਅਗਰ ਹਾਈ ਕੋਰਟ ਦੇ ਵਿੱਚ ਤੁਹਾਡਾ ਕੇਸ ਟਿਕਿਆ ਨਹੀਂ, ਅਗਰ ਸੈਟ ਰਿਜੈਕਟ ਹੋ ਗਈ, ਅਗਰ ਉਹਦੀ ਰਿਪੋਰਟ ਰਿਜੈਕਟ ਹੋ ਗਈ, ਕਿਤੇ ਨਾ ਕਿਤੇ ਕੋਈ ਕਮੀ ਰਹੀ ਹੋਏਗੀ। ਅਤੁਲ ਨੰਦਾ ਦੀ ਕਾਰਵਾਈ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾਂਦੇ ਨੇ। ਨਵਜੋਤ ਸਿੰਘ ਸਿੱਧੂ ਨੇ ਹੁਣ ਚੁੱਕੇ ਨੇ, ਇਸ ਤੋਂ ਪਹਿਲਾਂ ਵੀ ਕਈ ਵਾਰ ਚੁੱਕੇ ਗਏ ਨੇ। ਕਿੰਨੇ ਵਾਰ ਤੁਹਾਡੇ ਕੈਬਨਿਟ ਦੇ ਵਿੱਚ ਸਵਾਲ ਚੁੱਕੇ ਗਏ ਨੇ ਕਿ ਕਮੀ ਕਿੱਥੇ ਆ? ਤੁਹਾਨੂੰ ਲੱਗਦਾ ਕਿ ਕਮੀ ਤਾਂ ਕਿਤੇ ਹੈ? ਨਹੀਂ, ਗੱਲ ਸਿਰਫ ਇੰਨੀ ਹੈ ਬਈ ਸਾਡੀ ਸਰਕਾਰ ਨੇ ਆਪਣੀ ਕਮਿਟਮੈਂਟ ਨੂੰ ਪੂਰਾ ਕੀਤਾ। ਇਹ ਜਿਹੜੀ ਸਿੱਟ ਸੀ ਹਾਈ ਕੋਰਟ ਦੀ ਨਿਗਰਾਨੀ ਹੇਠ ਬਣੀ ਸਿੱਟ ਸੀ, ਜਿਸ ਨੇ ਕਿ 6 ਮਹੀਨਿਆਂ 'ਚ ਆਪਣੇ ਕੰਮ ਨੂੰ ਪੂਰਾ ਕੀਤਾ ਹੈ। 9 ਚਲਾਨ ਪੇਸ਼ ਕੀਤੇ ਹੈ, ਜਾਂਚ ਵੀ ਕੰਪਲੀਟ ਕੀਤੀ ਹੈ ਔਰ ਜਾਂਚ ਵੀ ਕੋਰਟ 'ਚ ਦੇ ਦਿੱਤੀ ਹੈ। ਟਿੱਕੀ ਕਿਉਂ ਨਹੀਂ ਜੀ ਫਿਰ ਜਾਂਚ? ਟਿੱਕੀ ਨਹੀਂ, ਟਿੱਕੀ ਦੀ ਗੱਲ ਇਹ ਹੈ, ਮੈਂ ਤੁਹਾਨੂੰ ਇਹ ਕਿਹਾ ਬਈ ਅਸੀਂ ਤੇ ਜਵਾਬ ਢੀਕ ਰਹੇ ਹੈ। ਹਾਈ ਕੋਰਟ ਨੇ ਕਿੰਨਾ ਕਾਰਨਾ ਕਰਕੇ ਉਹਨੂੰ ਰਿਜੈਕਟ ਕੀਤਾ, ਅਜੇ ਤੱਕ ਉਸ ਦੀ ਜਾਂਚ ਨਹੀਂ ਆਈ, ਉਹਦਾ ਸਵਾਲ ਦਾ ਜਵਾਬ ਸਾਹਮਣੇ ਨਹੀਂ ਆਇਆ। ਜਦ ਤੱਕ ਇਹ ਸਵਾਲ ਦਾ ਜਵਾਬ ਸਾਹਮਣੇ ਨਹੀਂ ਆਵੇ ਕਿੰਨਾ ਕਾਰਨਾ ਕਰਕੇ ਇਹ ਜਿਹੜੀ ਜਾਂਚ ਹੈ ਉਹ ਰਿਪੋਰਟ ਖਾਰਜ ਹੋਈ ਹੈ, ਤਦ ਤੱਕ ਸਾਨੂੰ ਸਾਰਿਆਂ ਨੂੰ ਇਹ ਟਿੱਪਾ ਟਿੱਪਣੀ ਤੋਂ ਬਚਣਾ ਚਾਹੀਦਾ। ਉਹ ਪਤਾ ਕਰਨਾ ਚਾਹੀਦਾ ਕਿ ਕਿੱਥੇ ਕਮੀ ਰਹਿ ਗਈ ਹੈ। ਅਜੇ ਤੱਕ ਇਹ ਪਤਾ ਹੀ ਨਹੀਂ ਕਿ ਕਮੀ ਕਿਹੜੀ ਜਗ੍ਹਾ ਤੇ ਸੀਗੀ। ਤੁਹਾਡੇ ਆਪਣੇ ਐਮਪੀ ਰਵਨੀਤ ਬਿੱਟੂ ਕਹਿੰਦੇ ਨੇ ਕਿ ਉਹ ਸਿੱਟ ਦੀ ਰਿਪੋਰਟ ਤੇ ਕੀ ਗੱਲ ਬਾਕੀ ਮੈਂਬਰਾਂ ਨੇ ਸਾਈਨ ਕਿਉਂ ਨਹੀਂ ਕੀਤੇ? ਇਹਦੇ ਤੇ ਵੀ ਸਵਾਲ। ਤਾਂ ਫਿਰ ਤੁਹਾਡੇ ਆਪਦੇ ਲੋਕ ਹੀ ਸਵਾਲ ਚੁੱਕਦੇ ਨੇ ਨਾ ਕਿ ਜੇ ਬਾਕੀ ਮੈਂਬਰ ਸਿੱਟ ਇੱਕ ਟੀਮ ਸੀਗੀ ਤਾਂ ਉਹ ਟੀਮ ਨੇ ਸਾਰੀ ਨੇ ਸਾਈਨ ਕਿਉਂ ਨਹੀਂ ਕੀਤੇ? ਇੱਕ ਬੰਦੇ ਦੀ ਰਿਪੋਰਟ ਹੋ ਕੇ ਕਿਉਂ ਰਹਿ ਗਈ? ਤੇ ਹਾਈ ਕੋਰਟ ਦੇ ਵਿੱਚ ਕੀ ਤੁਸੀਂ ਉਹਦੀ ਪ੍ਰੋਪਰ ਪੈਰਵਾਈ ਕਰ ਨਹੀਂ ਸਕੇ? ਤੁਹਾਡਾ ਲਾਅ ਡਿਪਾਰਟਮੈਂਟ ਉਹਦੀ ਪੂਰੀ ਪੈਰਵਾਈ ਨਹੀਂ ਕਰ ਸਕਿਆ ਕਿਉਂਕਿ ਖੁਦ ਕੁੰਵਰ ਵਿਜੇ ਪ੍ਰਤਾਪ ਵੀ ਸਵਾਲ ਚੁੱਕ ਚੁੱਕੇ ਨੇ। ਦੇਖੋ, ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਜਿਹੜੀ ਸਿੱਟ ਹੈ
ਉਹ ਪੰਜਾਬ ਸਰਕਾਰ ਨੇ ਨਹੀਂ ਬਣਾਈ, ਉਹ ਹਾਈ ਕੋਰਟ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਸਿੱਟ ਹੈ ਔਰ ਹਾਈ ਕੋਰਟ ਦੇ ਅੰਡਰ ਕੰਮ ਕਰ ਰਹੀ ਸਿੱਟ ਹੈ। ਔਰ ਇਹ ਜੇਕਰ ਇਹ ਹਾਈ ਕੋਰਟ ਨੇ ਇਹਨੂੰ ਰਿਜੈਕਟ ਕੀਤਾ ਹੈ, ਉਹਦੇ ਕਾਰਨਾਂ ਦਾ ਮੈਂ ਤੇ ਇਹ ਗੱਲ ਕਹਿ ਰਿਹਾ ਪਤਾ ਲੱਗ ਜਾਵੇ ਇੱਕ ਵਾਰੀ, ਫਿਰ ਉੱਤੇ ਬਈ ਬਹਿਸ ਕਰ ਲਓ, ਉਸ ਦੇ ਉੱਪਰ ਇਹ ਕਲਪਨਾ ਕਰ ਲਓ, ਉਸ ਦੇ ਉੱਪਰ ਜਾਂਚ ਕਰ ਲਓ, ਉਸ ਦੇ ਉੱਪਰ ਤੁਸੀਂ ਸੁਧਾਰ ਕਰ ਲਓ। ਲੇਕਿਨ ਬਿਨਾ ਇਹ ਰਿਪੋਰਟ ਪੜ੍ਹਿਆ ਅਜੇ ਤੱਕ ਆਈ ਆ ਜਵਾਬ ਸਾਹਮਣੇ ਆਇਆ ਹੀ ਨਹੀਂ ਹਾਈ ਕੋਰਟ ਦਾ, ਕਾਰਨਾਂ ਦਾ ਪਤਾ ਲੱਗਾ ਨਹੀਂ, ਪਹਿਲੇ ਸਵਾਲ ਖੜੇ ਕਰਨਾ ਮੈਂ ਸਮਝਣਾ ਵਾਜਬ ਨਹੀਂ ਹੈ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਜਦੋਂ ਤੁਹਾਡੇ ਤੋਂ ਜਵਾਬ ਮੰਗਣਗੇ, ਤੁਸੀਂ ਕਹਿੰਦੇ ਹੋ ਕਿ 22 ਦੇ ਵਿੱਚ ਤੁਸੀਂ ਕਹਿੰਦੇ ਹੋ ਕੰਮ ਬਹੁਤ ਕਰਾਇਆ, ਤੁਹਾਡੇ ਵਿਕਾਸ ਕੰਮਾਂ ਨੂੰ ਲੈ ਕੇ ਪਹਿਲਾਂ ਸਵਾਲ ਚੁੱਕੇ ਜਾਂਦੇ ਨੇ, ਵਿਰੋਧੀ ਤਰ੍ਹਾਂ ਲਗਾਤਾਰ ਤੁਹਾਡੇ ਤੇ ਹਮਲਾਵਰ ਨੇ, ਉਹ ਜਵਾਬ ਦੇਣੇ ਵੱਖਰੇ ਨੇ, ਪਰ ਬੇਅਦਬੀ ਇੱਕ ਵੱਡਾ ਮਸਲਾ ਸੀ ਜਿਹਨੂੰ ਲੈ ਕੇ ਤੁਸੀਂ ਸਰਕਾਰ ਬਣਾਈ ਸੀ। ਤਾਂ ਫਿਰ 22 ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹੀ ਮਸਲੇ ਤੇ ਤੁਸੀਂ ਫਿਰ ਜਾ ਕੇ ਲੋਕਾਂ ਦੇ ਵਿੱਚ ਜਾਓਗੇ, ਲੋਕ ਤਾਂ ਤੁਹਾਡੇ ਤੋਂ ਸਵਾਲ ਵੀ ਕਰਨਗੇ। ਪਹਿਲੇ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਗੱਲ ਕਹਿਦਾ ਕਿ ਸਾਡੀ ਸਰਕਾਰ ਦੀ ਇੱਛਾ ਸ਼ਕਤੀ 'ਚ ਕੋਈ ਕਮੀ ਨਹੀਂ ਹੈ ਔਰ ਅਸੀਂ 6 ਮਹੀਨਿਆਂ 'ਚ ਜਾਂਚ ਨੂੰ ਕੰਪਲੀਟ ਕਰਵਾਇਆ ਹੈ ਔਰ ਇਹ ਜਾਂਚ ਨੇ ਆਪਣੀ ਰਿਪੋਰਟ ਇਹ ਕੋਰਟ 'ਚ ਵੀ ਦੇ ਦਿੱਤੀ ਹੈ। ਇਹ ਕਿਹੜੀ ਗੱਲ ਹੈ ਕਿ ਇਹ ਕਹੀਏ ਕਿ ਜਾਂਚ ਹੀ ਨਹੀਂ ਹੋਈ, ਆਪਾਂ ਇਹ ਕਹੀਏ ਕਿ ਜਾਂਚ ਮੁਕੰਮਲ ਹੀ ਨਹੀਂ ਹੋਈ। ਬਈ ਹਾਈ ਕੋਰਟ ਦੇ ਵਿੱਚ ਕੋਈ ਟੈਕਨੀਕਲ ਗਰਾਊਂਡ ਦੇ ਉੱਪਰ ਮੈਂ ਤੁਹਾਨੂੰ ਕਿਹਾ ਕਿ ਅਗਰ ਜੇਕਰ ਬਈ ਉਹ ਰਿਜੈਕਟ ਕੀਤੀ ਹੈ ਉਸਨੇ ਤੇ ਉਹਨਾਂ ਦੇ ਕਾਰਨਾਂ ਦਾ ਪਤਾ ਕਰਾਂਗੇ ਔਰ ਮੈਂ ਤੁਹਾਨੂੰ ਇਹ ਕਿਹਾ ਅਸੀਂ ਦੁਬਾਰਾ ਜੇ ਸਿੱਟ ਬਣਾਉਣੀ ਪਈ ਦੁਬਾਰਾ ਸਿੱਟ ਬਣਾ ਕੇ ਫਾਸਟ ਟਰੈਕ ਦੇ ਉੱਪਰ ਜਾਵਾਂਗੇ। ਲੇਕਿਨ ਸਾਡੀ ਕਮਿਟਮੈਂਟ ਹੈ ਕਿ ਡਿਊਰਿੰਗ ਦਿਸ ਪੀਰੀਅਡ ਆਪਣੀ ਸਰਕਾਰ ਦੇ ਹੁੰਦਿਆਂ ਲੋਕਾਂ ਨੂੰ ਇਨਸਾਫ ਮਿਲੇ ਔਰ ਇਨਸਾਫ ਮਿਲੇਗਾ। ਪਰ ਤੁਹਾਨੂੰ ਲੱਗਦਾ ਹੈ ਔਰ ਕੀ ਤੁਸੀਂ ਯਕੀਨ ਦਿਵਾਓਗੇ ਕਿ ਵਾਕਈ ਤੁਸੀਂ ਕਹਿੰਦੇ ਹੋ ਕਿ ਟੈਕਨੀਕਲ ਗਰਾਊਂਡ ਤੇ ਕਿਤੇ ਰਿਜੈਕਟ ਹੋ ਗਈ ਹਾਈ ਕੋਰਟ ਦੇ ਵਿੱਚ ਤੁਹਾਡੀ ਜਾਂਚ ਟਿਕੀ ਨਹੀਂ, ਜੇ ਵਾਕਈ ਕਿਸੇ ਲੈਵਲ ਤੇ ਜਾ ਕੇ ਉਹਦੇ 'ਚ ਕੋਈ ਕਮੀ ਪਾਈ ਗਈ ਜਾਂ ਉਹਦੀ ਪੈਰਵਾਈ 'ਚ ਕਮੀ ਪਾਈ ਗਈ ਤਾਂ ਕੀ ਜ਼ਿੰਮੇਵਾਰ ਜਾਂ ਜਿਹੜਾ ਜਵਾਬਦੇਹ ਹੋਵੇਗਾ ਉਹਦੇ ਖਿਲਾਫ ਕਾਰਵਾਈ ਹੋਵੇਗੀ ਜਾਂ ਫਿਰ ਠੰਡੇ ਬਸਤੇ 'ਚ ਮਾਮਲਾ ਲਟਕ ਜਾਏਗਾ? ਕਿਉਂਕਿ ਜੇ ਤੁਹਾਡੇ ਲਾਭ ਮਹਿਕਮੇ ਤੇ ਸਵਾਲ ਚੁੱਕੇ ਜਾ ਰਹੇ ਨੇ ਜਾਂ ਇਸ ਤਰ੍ਹਾਂ ਦੇ ਹੋਰ ਲੋਕਾਂ ਦੇ ਸਵਾਲ ਮਨਸ਼ਾ ਸ਼ਕਤੀ ਤੇ ਸਵਾਲ ਚੁੱਕੇ ਜਾ ਰਹੇ ਨੇ, ਜਵਾਬ ਤਾਂ ਸਰਕਾਰ ਨੂੰ ਦੇਣਾ ਪੈਣਾ ਨਾ ਜੀ। ਤਾਂ ਕੀ ਸਰਕਾਰ ਸੰਬੰਧਿਤ ਜਵਾਬਦੇਹ ਵਿਅਕਤੀ ਨੂੰ ਉਹਦੇ ਲਈ ਜ਼ਿੰਮੇਵਾਰ ਤੈਅ ਕਰੇਗੀ? ਮੈਂ ਤੁਹਾਨੂੰ ਇਹ ਗੱਲ ਕਹੀ ਕਿ ਇੱਕ ਗੱਲ ਜੱਗ ਜ਼ਾਹਰ ਆ, ਮੈਂ ਤੁਹਾਨੂੰ ਇਹ ਕਿਹਾ ਕਿ ਜਿਹੜੀ ਸਿੱਟ ਨੂੰ ਕੰਮ ਸੌਂਪਿਆ ਸੀ ਸਿੱਟ ਨੇ ਆਪਣਾ ਕੰਮ ਪੂਰਾ ਕੀਤਾ ਹੈ ਔਰ 9 ਚਲਾਨ ਪੇਸ਼ ਕਰ ਦਿੱਤੇ। ਕੋਰਟ ਦੇ ਵਿੱਚ ਉਹਨੂੰ ਸੰਭਾਲਣਾ ਜਿਹਦੀ ਜ਼ਿੰਮੇਵਾਰੀ ਸੀ, ਆਪਾਂ ਉਹੀ ਗੱਲ ਕਰਦੇ ਹਾਂ। ਤੁਹਾਨੂੰ ਉਹੀ ਗੱਲ ਕਹਿ ਰਿਹਾ ਹੈ ਕਿ ਬਈ ਅਜੇ ਤੱਕ ਉਹਨਾਂ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ, ਕੋਰਟ ਦੇ ਵਿੱਚ ਬਹਿਸ ਹੀ ਨਹੀਂ ਹੋਈ ਇਸ ਤੇ ਨਾ। ਜੇ ਮੇਰੇ ਸਾਹਿਬ ਮੈਂ ਉਹੀ ਕਿਹਾ, ਜਦੋਂ ਤੁਹਾਡੇ ਕੋਲੇ ਤੱਥ ਸਾਹਮਣੇ ਆ ਗਏ ਤਸਵੀਰ ਸਾਫ਼ ਹੋ ਜੂਗੀ ਕਿ ਕਿੱਥੇ ਕਮੀ ਰਹੇਗੀ, ਫਿਰ ਜਿਹੜੇ ਲੈਵਲ ਤੇ ਉਹ ਕਮੀ ਰਹੂਗੀ ਉਹਦੀ ਜਵਾਬਦੇਹੀ ਤੈਅ ਹੋਊ। ਬਿਲਕੁਲ ਉਹਦੀ ਜਵਾਬਦੇਹੀ ਤੈਅ ਹੋਏਗੀ ਔਰ ਉਹਨਾਂ ਦੇ ਕਾਰਨਾਂ ਦਾ ਵੀ ਪਤਾ ਲੱਗੇਗਾ ਕਿ ਕਿੰਨਾ ਕਾਰਨਾਂ ਕਰਕੇ ਹੋਈ ਹੈ ਔਰ ਸਰਕਾਰ ਉਹ ਜਿਹਦੀ ਜਵਾਬਦੇਹੀ ਤੈਅ ਕਰਨ ਦੀ ਜ਼ਰੂਰਤ ਹੈ ਬਿਲਕੁਲ ਉਹਦੀ ਜਵਾਬਦੇਹੀ ਤੈਅ ਕਰੇਗੀ, ਇਹ 'ਚ ਕੋਈ ਸ਼ੱਕ ਹੈ ਹੀ ਨਹੀਂ। ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਜਦ ਤੱਕ ਕੋਈ ਪਤਾ ਨਹੀਂ ਲੱਗੇ ਕਿ ਕਿਸ ਗਰਾਊਂਡ ਦੇ ਉੱਪਰ ਉਹ ਰਿਜੈਕਟ ਹੋਈ ਹੈ, ਹਾਈ ਕੋਰਟ ਨੇ ਅਜੇ ਤੱਕ ਆਰਡਰ ਹੀ ਨਹੀਂ ਕੀਤਾ, ਜਦ ਤੱਕ ਹਾਈ ਕੋਰਟ ਆਰਡਰ ਨਾ ਕਰੇ ਮੇਰੇ ਖਿਆਲ ਸਾਨੂੰ ਇਹ ਚੀਜ਼ਾਂ ਨੂੰ ਜਿਹੜੀ ਵੀ ਕੋਈ ਗੱਲਾਂ ਹੈਗੀਆਂ ਇਹ ਪਾਰਟੀ ਪਲੇਟਫਾਰਮ ਤੇ ਰੱਖਣੀਆਂ ਗਲਤਫਹਿਮੀ ਹੈ ਤੇ ਮੁੱਖ ਮੰਤਰੀ ਜੀ ਨਾਲ ਬਹਿ ਕੇ ਗੱਲ ਕਰ ਲੈਣੀ ਚਾਹੀਦੀ ਹੈ, ਉਹਨਾਂ ਦਾ ਪਤਾ ਕਰ ਲੈਣਾ ਚਾਹੀਦਾ ਵੀ ਆਹ ਕਾਰਨ ਆ ਸਾਨੂੰ ਕਲੈਰੀਫਿਕੇਸ਼ਨ ਚਾਹੀਦੀ ਹੈ, ਉਹ ਕਲੈਰੀਫਿਕੇਸ਼ਨ ਲੈ ਲੈਣੀ ਚਾਹੀਦੀ ਹੈ ਬਜਾਏ ਇਸ ਗੱਲ ਦੇ ਕਿ ਆਪਣੇ ਮਨ ਦੇ ਅੰਦਰ ਗੁੱਸਾ ਧਾਰਨ ਕਰਕੇ ਬਹਿਣਾ ਮੈਂ ਸਮਝਣਾ ਠੀਕ ਨਹੀਂ ਹੈ। ਨਵਜੋਤ ਸਿੰਘ ਸਿੱਧੂ ਲਗਾਤਾਰ ਦੇਖੋ ਸਵਾਲ ਚੁੱਕ ਰਹੇ ਨੇ ਜੀ, ਤੁਹਾਡੇ ਸਾਥੀ ਨੇ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਤੁਸੀਂ ਅਕਸਰ ਉਹਨਾਂ ਦਾ ਬਚਾਅ ਕਰਦੇ ਵੀ ਨਜ਼ਰ ਆਏ, ਤੁਸੀਂ ਹਮੇਸ਼ਾ ਕਿਹਾ ਕਿ ਸਾਡਾ ਭਰਾ ਹੈ, ਸਾਡੇ ਨਾਲ ਖੜਾ ਹੈ, ਬੜੀ ਜਲਦੀ ਕੈਬਨਿਟ 'ਚ ਵੀ ਹੋਊ, ਬੜੇ ਚਲੋ ਦਾਅਵੇ ਹੋਏ ਪਰ ਹੁਣ ਤਾਂ ਟਾਈਮ ਹੀ ਬੜਾ ਥੋੜਾ ਰਹਿ ਗਿਆ। ਤੁਸੀਂ ਨਵਜੋਤ ਸਿੰਘ ਸਿੱਧੂ ਦੇ ਬਾਰੇ ਚਿੱਠੀ ਵੀ ਲਿਖਤੀ ਹਾਈ ਕਮਾਨ ਨੂੰ, ਬੇਸ਼ੱਕ ਤੁਸੀਂ ਨਾਮ ਨਹੀਂ ਲਿਖਿਆ, ਪਰ ਤੁਸੀਂ ਨਵਜੋਤ ਸਿੰਘ ਸਿੱਧੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਉਹਨਾਂ ਨੂੰ ਸੰਪਰਕ ਕੀਤਾ ਕਿ ਸਿੱਧੂ ਸਾਹਿਬ ਵੀ ਤੁਸੀਂ ਜਿਹੜੇ ਦਾਅਵੇ ਕਰਦੇ ਹੋ ਸਕਦਾ ਉਹਨਾਂ ਕੋਲ ਕੋਈ ਤੱਥ ਹੋਣ? ਮੇਰੀ ਗੱਲ ਸੁਣ ਲਓ, ਪਹਿਲਾ ਸ਼ਬਦ ਮੈਂ ਤੁਹਾਨੂੰ ਫੇਰ ਕਹਿਦਾ ਚੈਨਲ ਦੇ ਉੱਪਰ, ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ 'ਚ ਹੈ, ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ 'ਚ ਰਹੇਗਾ। ਲੜਾਈ ਵਿਚਾਰਾਂ ਦੀ ਹੈ, ਗਲਤ ਫਹਿਮੀਆਂ ਦੀ ਹੈ। ਮੈਂ ਤੇ ਇਸ ਲਈ ਹਾਈ ਕਮਾਨ ਨੂੰ ਲੈਟਰ ਲਿਖੀ ਹੈ ਕਿ ਆਹ ਜਿਹੜੀਆਂ ਗਲਤ ਫਹਿਮੀਆਂ ਇਹ ਫੌਰੀ ਤੌਰ ਤੇ ਦੂਰ ਹੋਣੀਆਂ ਚਾਹੀਦੀਆਂ। ਔਰ ਦੂਸਰੀ ਗੱਲ ਮੈਂ ਇਹ ਕਹੀ ਹੈ ਕਿ ਇਹ ਜਿਹੜਾ ਟਾਈਮਿੰਗ ਹੈ ਇਹ ਟਾਈਮਿੰਗ ਸਾਰਿਆਂ ਨੂੰ ਯੂਨਾਈਟ ਹੋ ਕੇ ਆਹ ਜਿਹੜੇ ਚੈਲੰਜ ਸਾਡੇ ਸਾਹਮਣੇ ਕਿਸਾਨਾਂ ਦਾ ਹੈਗਾ, ਫਸਲ ਦਾ ਹੈਗਾ, ਕਰੋਨਾ ਦਾ ਹੈਗਾ, ਉਹਦੇ ਪਾਸੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ। ਜਿੱਥੋਂ ਤੱਕ ਸਵਾਲ ਉਸ ਗੱਲ ਦਾ ਆ ਕਿ ਜਿਹੜੀ ਇਹ ਰਿਪੋਰਟ ਹੈ ਇਹ ਰਿਪੋਰਟ ਜਦ ਤੱਕ ਹਾਈ ਕੋਰਟ ਤੋਂ ਨਹੀਂ ਆਏ ਤਦ ਤੱਕ ਸਾਨੂੰ ਸਾਰਿਆਂ ਨੂੰ ਵੇਟ ਕਰਨੀ ਚਾਹੀਦੀ ਹੈ। ਫਿਰ ਕਹਿੰਦਾ ਮੈਂ ਫਿਰ ਉਸੇ ਗੱਲ ਤੇ ਆਉਣਾ ਵੀ ਤੁਸੀਂ ਵੈਸੇ ਕੋਸ਼ਿਸ਼ ਕੀਤੀ ਕਿ ਨਵਜੋਤ ਸਿੰਘ ਸਿੱਧੂ ਨਾਲ ਗੱਲ ਕਰਕੇ, ਹੋ ਸਕਦਾ ਉਹਨਾਂ ਦੇ ਕੋਲੇ ਕੋਈ ਪੁਆਇੰਟ ਹੋਵੇ, ਹੋ ਸਕਦਾ ਉਹਨਾਂ ਕੋਲੇ ਕੋਈ ਤੱਥ ਹੋਣ, ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਹੋ ਸਕਦਾ ਤੁਸੀਂ ਮਾਧਿਅਮ ਬਣ ਜਾਓ ਸਰਕਾਰ ਦੇ ਤੇ ਉਹ ਜਿਹੜਾ ਵਿਵਾਦ ਚੱਲ ਰਿਹਾ ਤੁਸੀਂ ਹੋ ਸਕਦਾ ਸਮਝੌਤਾ ਹੀ ਕਰਾ ਦਿਓ, ਤਾਂ ਤੁਸੀਂ ਉਹਨਾਂ ਦਾ ਮਨ ਪੜਨ ਦੀ ਕੋਸ਼ਿਸ਼ ਕਰ ਲਓ ਇੱਕ ਵਾਰੀ। ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਬੜੀ ਜਲਦੀ
ਮੈਂ ਤੁਹਾਨੂੰ ਤੁਹਾਡੇ ਚੈਨਲ ਤੇ ਕਹਾਂਗਾ, ਬੜੀ ਜਲਦੀ ਇਹ ਮਾਮਲੇ ਨੂੰ ਸੁਲਟਾ ਲਿਆ ਜਾਏਗਾ ਔਰ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਇੱਕ ਪਲੇਟਫਾਰਮ ਦੇ ਉੱਪਰ ਯੂਨਾਈਟ ਹੋ ਕੇ 2022 ਦਾ ਟੀਚਾ ਪੂਰਾ ਕਰਨਗੇ। ਇਹ ਤੁਹਾਡੇ ਚੈਨਲ ਤੇ ਮੈਂ ਡਿਕਲੇਅਰ ਕਰ ਰਿਹਾ। ਵੇਰਕਾ ਸਾਹਿਬ, ਨਵਜੋਤ ਸਿੰਘ ਸਿੱਧੂ ਦਾ ਮਾਮਲਾ ਸੁਲਝਾ ਲਿਆ ਜਾਵੇਗਾ ਜਾਂ ਬੇਅਦਬੀ ਦਾ? ਨਵਜੋਤ ਸਿੰਘ ਸਿੱਧੂ ਦਾ ਮਾਮਲਾ ਹੋਵੇ, ਬੇਅਦਬੀ ਦਾ ਮਾਮਲਾ ਹੋਵੇ, ਪੰਜਾਬ ਦੇ ਵਿੱਚ ਦੂਸਰੇ ਮਾਮਲੇ ਹੋਣ, ਇਹ ਸਾਰੇ ਮਾਮਲਿਆਂ ਨੂੰ ਹੱਲ ਕੀਤਾ ਜਾਏਗਾ। ਔਰ ਮੈਂ ਤੁਹਾਨੂੰ ਇੱਕ ਗੱਲ ਬੜੀ ਸਪਸ਼ਟ ਤੌਰ ਦੇ ਉੱਪਰ ਕਹਿ ਰਿਹਾ ਕਿ ਹਰ ਚੀਜ਼ ਦਾ ਇੱਕ ਟਾਈਮਿੰਗ ਹੈ। ਇੱਕ ਟਾਈਮਿੰਗ ਸਾਡੇ ਸਾਹਮਣੇ ਅੱਜ ਚੈਲੰਜ ਹੈ ਦੋ ਚੀਜ਼ਾਂ ਦੀ, ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ। ਔਰ ਮੈਂ ਹਾਈ ਕਮਾਂਡ ਨੂੰ ਇਹੀ ਗੱਲ ਦੀ ਬੇਨਤੀ ਕੀਤੀ ਹੈ ਕਿ ਬਈ ਸਾਨੂੰ ਜਿੱਥੇ ਗਲਤਫਹਿਮੀਆਂ ਇਹਨਾਂ ਨੂੰ ਬਿਠਾ ਕੇ ਦੂਰ ਕਰੋ ਔਰ 2022 ਵਾਸਤੇ ਸਾਰਿਆਂ ਨੂੰ ਇਕੱਠੇ ਕਰੋ। ਔਰ ਜਿੱਥੇ ਤੱਕ ਲੋਕਾਂ ਨਾਲ ਕਮਿਟਮੈਂਟ ਦਾ ਸਵਾਲ ਹੈ, ਚਾਹੇ ਕਿਸਾਨਾਂ ਨਾਲ ਕਮਿਟਮੈਂਟ ਹੈ, ਚਾਹੇ ਦਲਿਤਾਂ ਦੀ ਕਮਿਟਮੈਂਟ ਹੈ, ਚਾਹੇ ਬੇਅਦਬੀ ਦੇ ਮਾਮਲਿਆਂ 'ਚ ਕਮਿਟਮੈਂਟ ਹੈ, ਉੱਤੇ ਰਿਵਿਊ ਹੋਣਾ ਚਾਹੀਦਾ ਔਰ ਜਿੱਥੇ ਕਮੀਆਂ ਦੂਰ ਹੋਣੀਆਂ ਚਾਹੀਦੀਆਂ। ਤੁਸੀਂ ਕਹਿੰਦੇ ਹੋ ਕਿ ਕਮਿਟਮੈਂਟ ਹੈ। ਦੇਖੋ, ਲੋਕਾਂ ਦਾ ਕਮਿਟਮੈਂਟ ਹਰ ਮੁੱਦੇ ਤੇ ਸੀ। ਕਿਸਾਨ, ਇਹ ਤਾਂ ਖੇਤੀ ਪ੍ਰਧਾਨ ਸੂਬਾ, ਕਿਸਾਨਾਂ ਨਾਲ ਵੀ ਕਮਿਟਮੈਂਟ ਸੀ। ਸੁਖਬੀਰ ਸਿੰਘ ਬਾਦਲ ਕੱਲ ਮੰਡੀਆਂ ਦੇ ਵਿੱਚ ਗਏ ਔਰ ਉਹਨਾਂ ਨੇ ਆ ਕੇ ਸਿੱਧੇ ਤੌਰ ਤੇ ਕਿਹਾ ਵੀ ਆਂਦੇ ਇਦੋਂ ਨਿਕੰਮਾ ਮੁੱਖ ਮੰਤਰੀ ਨਹੀਂ ਹੋਣਾ। ਸਿੱਧਾ ਇਲਜ਼ਾਮ, ਉਹਨਾਂ ਨੇ ਸਿੱਧਾ ਹਮਲਾ ਬੋਲਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ, ਔਰ ਕਹਿੰਦੇ ਕਿ ਕਿਸਾਨ ਮੰਡੀਆਂ 'ਚ ਰੁਲੀ ਜਾਂਦੇ, 10-10 ਦਿਨ ਹੋ ਗਏ। ਉਹਨੇ ਤੁਹਾਡੇ ਕੋਲੇ ਕਿਸਾਨਾਂ ਨੂੰ ਸੰਭਾਲਣ ਦੀ, ਫਸਲ ਸੰਭਾਲਣ ਦਾ ਹੀ ਨਹੀਂ ਹੈ। ਸਾਹਿਬ, ਹੁਣ ਅਮਲੀ ਆਦਮੀ ਦਾ ਜਵਾਬ ਦਿੰਦਾ ਚੰਗਾ ਨਹੀਂ ਲੱਗਦਾ ਕਿਉਂਕਿ ਬੋਲੀ ਜਾਂਦਾ ਮਾਵਾ ਖਾ ਕੇ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਾਂ, ਆ ਸਾਰਿਆਂ ਨੂੰ ਪਤਾ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਨੇ ਹਮਲਾ ਕੀਤਾ ਇਹ ਪੰਜਾਬ ਦੀ ਫਸਲ ਦੇ ਉੱਪਰ, ਪੰਜਾਬ ਦੀ ਨਸਲ ਦੇ ਉੱਪਰ, ਪੰਜਾਬ ਦੇ ਕਿਸਾਨਾਂ ਦੇ ਉੱਪਰ, ਉਸ ਨੂੰ ਅਸੀਂ ਕਿਸ ਤਰੀਕੇ ਨਾਲ ਸੰਭਾਲਿਆ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਬਈ ਅਸੀਂ ਤਾਂ ਇਹ ਡਾਇਰੈਕਟ ਪੇਮੈਂਟ ਕਰਾਂਗੇ, ਅਸੀਂ ਫਰਦਾ ਲਵਾਂਗੇ, ਅਸੀਂ ਤੇ ਤੁਹਾਡੇ ਪੇਪਰ ਚੈੱਕ ਕਰਾਂਗੇ, ਰਜਿਸਟਰੀਆਂ ਚੈੱਕ ਕਰਾਂਗੇ।